जुड़ भी गए। मेरे सिर दर्द जी रही हूँ तो जो नहीं होते। बाबा ना पंगा लो। हेलो हेलो वाहिगुरु मेरी आवाज वाहिगुरु सतनाम 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 वाहिगुरु ऑनलाइन क्लास विच जुड़ बैठे गुरु के प्यारिओ फतेह नाल सांझ पाओ आखो जी वाहिगुरु जी का खालसा वाहिगुरु जी की फतेह वाहिगुरु जी की फतेह। बेनती है कि अपने जो माइक हैं म्यूट कर ले जान ते सारिਆਂ ਨੂੰ बेनती है जल्दी तो जल्दी जुड़न की किरपालता करो। ਆਪਾਂ जो विषा है रहत मर्यादा के अंदर जो अरदास है सिख दी ਉਹਦੇ बारे गलबात चल रही है ਉਹੀ ਆਪਾਂ गलबात अगे ਤੋਰਨੀ है। सो 1 मिनट के अंदर अंदर कर लेनी है। काफ़ी संगत जुड़ चुकी है और भी आप जी के जो रिश्तेदार करीबी हैं उन्होंने आप जी मैसेज कर दियो कि जल्दी क्लास में जुड़ने की कृपालता कर फिर आप जल्दी तो जल्दी ये क्लास जी आरंभ कर सकीए।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਕੱਲ ਵਿਚਾਰ ਕੀਤੀ ਸੀ ਸਿੱਖ ਰਹਿਤ ਮਰਿਆਦਾ ਦੇ ਅੰਦਰ ਜੋ ਸਿੱਖ ਦੀ ਅਰਦਾਸ ਹੈ, ਜੋ ਅਸੀਂ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਕਰਦੇ ਹਾਂ, ਉਹਦੇ ਬਾਰੇ ਜਿਹੜੀ ਹੈ ਕੱਲ ਦੀ ਵਿਚਾਰ ਸ਼ੁਰੂ ਕੀਤੀ ਸੀ। ਮੈਂ ਟੂਕ ਮਾਤਰ ਜਿਹੜੀ ਵਿਚਾਰ ਜੋ ਆਪਾਂ ਕੱਲ ਕੀਤੀ ਸੀ ਉਹਨੂੰ ਲੈ ਕੇ ਅੱਗੇ ਚੱਲਾਂਗਾ, ਕਿਉਂਕਿ ਕੱਲ ਜਿਹੜੀ ਹੈ ਆਵਾਜ਼ ਦੀ ਥੋੜੀ ਪ੍ਰੋਬਲਮ ਸੀ, ਤਾਂ ਕਰਕੇ ਉਹ ਜਿਹੜਾ ਵਿਸ਼ਾ ਚੰਗੀ ਤਰ੍ਹਾਂ ਪਕੜ ਹੋ ਜਾਵੇ ਤੇ ਮੈਂ ਉਹ ਜਿਹੜੀਆਂ ਪਿਛਲੀਆਂ ਗੱਲਾਂ ਉਹਨਾਂ ਨੂੰ ਥੋੜਾ ਜਿਹਾ ਦੁਹਰਾ ਕੇ ਫਿਰ ਆਪਾਂ ਅੱਗੇ ਚੱਲਾਂਗੇ। ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ ਸੀ ਕਿ ਸਿੱਖ ਨੇ ਗੁਰਬਾਣੀ ਦਾ ਪਾਠ, ਨਾਮ ਬਾਣੀ ਦਾ ਅਧਿਐਨ ਜਿਹੜਾ ਉਹ ਕਰਨਾ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ। ਇਹ ਸਿੱਖ ਦੇ ਜੀਵਨ ਦਾ ਜ਼ਰੂਰੀ ਅੰਗ ਹੈ ਤੇ ਉਹਦੇ ਨਾਲ ਹੀ ਜਿਹੜੀ ਅਰਦਾਸ ਹੈ ਜੋ ਅਸੀਂ ਨਿਤਨੇਮ ਤੋਂ ਬਾਅਦ ਕਰਦੇ ਹਾਂ, ਉਹ ਹਰ ਸਿੱਖ ਦੇ ਲਈ ਕਰਨੀ ਜ਼ਰੂਰੀ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਅਰਦਾਸ, ਫਿਰ ਉਸ ਤੋਂ ਬਾਅਦ ਸ਼ਾਮ ਦੇ ਨਿਤਨੇਮ ਤੋਂ ਬਾਅਦ ਅਰਦਾਸ, ਫਿਰ ਉਸ ਤੋਂ ਬਾਅਦ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਕੇ ਇਹ ਅਰਦਾਸ ਜਿਹੜੀ ਕਰਦੇ ਹਾਂ। ਤੇ ਇਹ ਜਿਹੜੀ ਅਰਦਾਸ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਰਜ ਪਲਸ ਦਾਸਤ ਇਹ ਸ਼ਬਦ ਜਿਹੜੇ ਆ ਇਹ ਵਿਦਵਾਨਾਂ ਨੇ ਵਰਤੇ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਰਦਾਸ ਬਾਰੇ ਬੜਾ ਹੀ ਸੁੰਦਰ ਸਤਿਗੁਰਾਂ ਨੇ ਵਰਣਨ ਦਿੱਤਾ ਹੈ ਕਿ ਦੋਏ ਘਰ ਜੋੜ ਕਰੋ ਅਰਦਾਸ ਤੁਧ ਭਾਣੇ ਅਰਜ ਭਾਵ ਹੁੰਦਾ ਹੈ ਕਿਸੇ ਦੇ ਅੱਗੇ ਦਾਸ ਹੈ, ਜਿਵੇਂ ਦਾਸ ਤੋਂ ਭਾਵ ਆਪਣੀ ਕਹਾਣੀ, ਆਪਣੇ ਬਾਰੇ ਬਿਆਨ ਕਰਨਾ, ਉਹਨੂੰ ਦਾਸਤਾਨ ਕਹਿੰਦੇ ਆ ਅਰਬੀ ਭਾਸ਼ਾ ਚ। ਇਸ ਤਰ੍ਹਾਂ ਇਹ ਜਿਹੜੀ ਅਰਦਾਸ ਹੈ ਇਹ ਅਰਜ ਦਾਸਤ ਭਾਵ ਆਪਣੀ ਅਰਜ਼ੋਈ, ਆਪਣੀ ਕਹਾਣੀ ਆਪਣੇ ਗੁਰੂ ਦੇ ਅੱਗੇ ਕਹਿਣੀ, ਆਪਣੇ ਇਸ਼ਟ ਦੇ ਅੱਗੇ ਇਹ ਗੱਲ ਕਹਿਣੀ, ਇਹਨੂੰ ਜਿਹੜੀ ਹੈ ਅਰਦਾਸ ਸ਼ਬਦ ਕਿਹਾ ਜਾਂਦਾ ਹੈ। ਮੇਰੇ ਖਿਆਲ ਨਾਲ ਆਪ ਜੀ ਨੂੰ ਅਰਥ ਕਲੀਅਰ ਹੋ ਗਏ ਹੋਣਗੇ ਅਰਦਾਸ ਸ਼ਬਦ ਦੇ, ਕਿ ਅਰਦਾਸ ਦੋ ਸ਼ਬਦਾਂ ਦਾ ਮੇਲ ਹੈ। ਪਹਿਲਾ ਤੋਂ ਭਾਵ ਹੈ ਅਰਜ ਕਰਨੀ, ਕਿਸੇ ਅੱਗੇ ਤਰਲਾ ਕਰਨਾ, ਤੇ ਦਾਸ ਤੋਂ ਭਾਵ ਦਾਸਤਾਨ ਕਹਿਣੀ, ਭਾਵ ਆਪਣੀ ਕਹਾਣੀ ਕਹਿਣੀ। ਅਰਜ ਪਲੱਸ ਦਾਸਤ ਭਾਵ ਅਰਦਾਸ, ਆਪਣੇ ਗੁਰੂ ਦੇ ਅੱਗੇ, ਆਪਣੇ ਇਸ਼ਟ ਦੇ ਅੱਗੇ ਅਰਦਾਸ ਕਰਨੀ। ਤੇ ਇਸੇ ਕਰਕੇ ਸਿੱਖ ਜਿਹੜਾ ਹੈ ਉਹ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ। ਗੁਰਬਾਣੀ ਨਿਤਨੇਮ ਤੋਂ ਬਾਅਦ ਹਰ ਕਾਰਜ ਦੀ ਸਫਲਤਾ ਵਾਸਤੇ ਹਰ ਸਮੇਂ ਹੀ ਉਹ ਅਰਦਾਸ ਦੇ ਵਿੱਚ ਜੁੜਿਆ ਰਹਿੰਦਾ ਹੈ। ਇਹ ਜਿਹੜੀ ਅਰਦਾਸ ਹੈ ਇਹ ਪੰਥ ਨੇ ਬੜੀ ਸੁੰਦਰ ਜਿਹੜੀ ਹੈ ਕੀ ਹੋਈ ਹੈ। ਇਹ ਆਪਾਂ ਸਭ ਤੋਂ ਪਹਿਲਾਂ ਜਿਹੜੀ ਆਰੰਭਤਾ ਕੀਤੀ ਸੀ ਸਾਧ ਸੰਗਤ, ਕੱਲ ਜਿਹੜੀ ਗੱਲ ਕੀਤੀ ਸੀ ਕਿ ਜਿਹੜਾ ਪਹਿਲਾ ਬੰਦ ਹੈ ਇਹਦੇ ਵਿੱਚ ਪੰਥ ਨੇ ਕਿਹਾ ਹੈ ਕਿ ਕੋਈ ਵੀ ਵਾਧ ਘਾਟ ਨਹੀਂ ਕਰਨੀ, ਜੋ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਫਿਰ ਉਸ ਤੋਂ ਬਾਅਦ ਜਿਹੜਾ ਪਹਿਲਾ ਬੰਦ ਹੈ ਇਹ ਚੰਡੀ ਦੀ ਵਾਰ ਦਾ ਪਹਿਲਾ ਬੰਦ ਹੈ। ਤੇ ਅਸੀਂ ਵਿਚਾਰਿਆ ਸੀ ਕਿ ਸ਼ਬਦ ਆਇਆ ਸੀ ਵਾਰ ਸੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰਕੈ ਤੇ ਭਗਉਤੀ ਵਾਹਿਗੁਰੂ। ਹਾਂਜੀ, ਤੇ ਆਪਾਂ ਵਿਚਾਰ ਰਹੇ ਸੀ ਕਿ ਜੋ ਆਪਾਂ ਵਿਚਾਰ ਰਹੇ ਸੀ ਕਿ ਇਹ ਜਿਹੜੀ ਅਰਦਾਸ ਹੈ
ਇਹਦੇ ਵਿੱਚ ਜਿਹੜਾ ਭਗਉਤੀ ਸ਼ਬਦ ਆਇਆ ਹੈ, ਇਹ ਅਕਾਲ ਪੁਰਖ ਦੀ ਉਹ ਅਲੌਕਿਕ ਸ਼ਕਤੀ, ਉਹ ਖੜਗਧਾਰੀ ਅਕਾਲ ਪੁਰਖ ਪਰਮਾਤਮਾ ਜਿਹੜਾ ਇੱਕ ਪਾਸੇ ਸੰਸਾਰ ਨੂੰ ਬਣਾ ਰਿਹਾ ਹੈ ਤੇ ਇੱਕ ਪਾਸੇ ਖਤਮ ਕਰ ਰਿਹਾ, ਜਿਹਦੇ ਬਾਬਤ ਸਤਿਗੁਰਾਂ ਨੇ ਕਿਹਾ ਹੈ ਕਿ ਖੰਡਾ ਪ੍ਰਥਮੈ ਸਾਧ ਕੇ ਜਿਨ ਸਭ ਸੰਸਾਰ ਉਪਾਇਆ, ਕਿ ਜਿਹੜਾ ਸਾਰਾ ਸੰਸਾਰ ਹੈ ਉਹ ਇੱਕ ਖੰਡੇ ਦੀ ਉਪਜਾ ਹੈ, ਉਸ ਅਕਾਲ ਪੁਰਖ ਦੀ ਸ਼ਕਤੀ ਦੀ ਉਪਜਾ ਹੈ। ਇੱਕ ਪਾਸਿਓਂ ਉਹ ਬਣਾ ਰਿਹਾ ਹੈ ਤੇ ਦੂਸਰੇ ਪਾਸਿਓਂ ਉਹ ਨਾਸ਼ ਕਰ ਰਿਹਾ ਹੈ। ਇਹ ਉਸ ਭਗਵਤੀ ਦਾ ਜ਼ਿਕਰ ਅਕਾਲ ਪੁਰਖ ਪਰਮਾਤਮਾ ਦੇ ਲਈ ਇਹ ਆਇਆ ਹੈ ਸ਼ਬਦ। ਤੇ ਫਿਰ ਦਸਾਂ ਪਾਤਸ਼ਾਹੀਆਂ ਦਾ ਧਿਆਨ ਜਿਹੜਾ ਆ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨੌਵਾਂ ਪਾਤਸ਼ਾਹੀਆਂ ਬਾਰੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਯਾਦ ਕਰਨਾ ਹੈ, ਉਹਨਾਂ ਦਾ ਸਿਮਰਨ ਕਰਨਾ ਹੈ, ਉਹਨਾਂ ਦੇ ਅੱਗੇ ਅਰਜ਼ੋਈ ਕਰਨੀ ਹੈ। ਤੇ ਇਹ ਜਿਹੜੀ ਹੈ ਨਾ ਅਰਦਾਸ, ਇਹਦੇ ਭਾਵ ਆਪ ਜੀ ਨੂੰ ਸਮਝ ਲੱਗ ਗਿਆ। ਹੁਣ ਫਿਰ ਸੰਗਤ ਥੋੜੀ ਜੁੜੀ ਹੈ, ਮੈਂ ਫਿਰ ਕਲੀਅਰ ਕਰ ਜਾਵਾਂ। ਅਰਜ ਪਲੱਸ ਦਾ ਭਾਵ ਆਪਣੀ ਅਰਜ, ਆਪਣੀ ਅਰਜ਼ੋਈ ਦੀ ਦਾਸਤਾਨ ਕਹਿਣੀ ਆਪਣੇ ਗੁਰੂ ਦੇ ਅੱਗੇ, ਆਪਣੇ ਪਰਮਾਤਮਾ ਦੇ ਅੱਗੇ। ਨਵੀਂ ਹੋਰ ਵੀ ਸੰਗਤ ਜਿਹੜੀ ਹੈ ਦੂਰ ਦਰੇਡੇ ਤੋਂ ਵੀ ਜੁੜ ਰਹੀ ਹੈ। ਪਤਾ ਲੱਗਾ ਹੈ ਕਿ ਸਾਹਮਣੇ ਲਿਖਿਆ ਆ ਰਿਹਾ ਹੈ ਕਿ ਮਲੇਸ਼ੀਆ ਤੋਂ ਭਾਈ ਬਲਵਿੰਦਰ ਸਿੰਘ ਜੀ ਵੀ ਜੁੜ ਰਹੇ, ਉਹਨਾਂ ਦਾ ਸਵਾਗਤ ਕਰਦੇ ਹਾਂ, ਤਹਿ ਦਿਲੋਂ ਧੰਨਵਾਦ। ਸੋ ਸਾਧ ਸੰਗਤ, ਇਹ ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਭਗਉਤੀ ਸ਼ਬਦ, ਉਸ ਤੋਂ ਬਾਅਦ ਸਤਿਗੁਰਾਂ ਨੇ 9 ਪਾਤਸ਼ਾਹੀਆਂ ਦਾ ਵਰਣਨ ਕੀਤਾ ਹੈ। ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਨੇ ਵਰਣਨ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਸਭ ਥਾਈਂ ਤੇ ਸਹਾਈ ਹੋਣਾ। ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਦਿੱਤੀ ਸੀ, ਉਹਨਾਂ ਦੇ ਬਾਰੇ ਇਹ ਗੱਲ ਆਈ ਕਿ ਉਹਨਾਂ ਦੇ ਹਜ਼ੂਰ ਉਹਨਾਂ ਦੀ ਬਾਣੀ ਦਾ ਤੇ ਪਾਠ ਦਾ ਤੇ ਦਰਸ਼ਨ ਦਿਦਾਰਿਆਂ ਦਾ ਜਿਹੜਾ ਧਿਆਨ ਉਹ ਸਿੱਖ ਨੇ ਕਰਨਾ। ਇੱਥੇ 2 ਸ਼ਬਦ ਵਰਤ ਜਾਂਦੇ ਆ ਕਈ ਵਾਰੀ ਅਸੀਂ, ਪਾਠ, ਦਰਸ਼ਨ, ਦੀਦਾਰ। ਦਰਸ਼ਨ ਤੇ ਦੀਦਾਰ ਦਾ ਇੱਕੋ ਹੀ ਮਾਇਨਾ ਹੁੰਦਾ ਹੈ। ਇੱਥੇ ਭਾਵੇਂ ਸ਼ਬਦ ਦੀਦਾਰ ਵਰਤ ਲਿਆ ਜਾਵੇ, ਭਾਵੇਂ ਦਰਸ਼ਨ ਵਰਤ ਲਿਆ ਜਾਵੇ, ਪਰ ਪੰਥ ਨੇ ਇੱਥੇ ਦੀਦਾਰ ਸ਼ਬਦ ਦੀ ਜਿਹੜੀ ਉਹ ਵਰਤੋਂ ਕੀਤੀ ਹੈ। ਹੁਣ ਸਾਧ ਸੰਗਤ, ਅੱਜ ਜਿਹੜੀ ਗੱਲ ਹੈ, ਆਪਾਂ ਦੂਸਰਾ ਬੰਦ ਜਿਹੜਾ ਉਹ ਆਰੰਭ ਕਰਨਾ ਹੈ, ਅਰਦਾਸ ਦਾ ਦੂਸਰਾ ਬੰਦ। ਇਹਦੇ ਵਿੱਚ ਸਭ ਤੋਂ ਪਹਿਲਾਂ 5 ਪਿਆਰਿਆਂ ਦਾ ਜ਼ਿਕਰ, ਜਿਵੇਂ ਕੱਲ ਗੱਲ ਹੋਈ ਸੀ ਕਿ 5 ਪਿਆਰਿਆਂ ਦਾ ਜ਼ਿਕਰ ਪਹਿਲੋਂ ਹੋਇਆ ਤੇ 4 ਸਾਹਿਬਜ਼ਾਦਿਆਂ ਦਾ ਜ਼ਿਕਰ ਬਾਅਦ ਵਿੱਚ ਹੈ। ਤੇ ਉਹ ਸਤਿਗੁਰਾਂ ਨੇ ਇੰਨਾ ਪਿਆਰ ਖਾਲਸੇ ਨਾਲ ਕੀਤਾ ਕਿ ਇਹ ਪਹਿਲਾਂ ਜਿਹੜਾ ਸ਼ਬਦ ਰੱਖਿਆ। ਤੇ ਜਿਵੇਂ ਭਾਈ ਸਾਹਿਬ, ਭਾਈ ਪਰਮਜੀਤ ਸਿੰਘ ਹੋਣਾ ਨੇ ਆਪ ਜੀ ਨੂੰ ਦੱਸਿਆ ਸੀ, ਸਤਿਗੁਰਾਂ ਨੇ ਅੰਮ੍ਰਿਤ ਛਕਾਇਆ ਤੇ ਉਸ ਸਮੇਂ ਇਹ ਕੋਈ ਖਾਸ ਹਦਾਇਤ ਨਹੀਂ ਸੀ ਕਿ ਜਦੋਂ 5 ਸੀਸ ਮੰਗੇ ਤੇ ਉਹਨਾਂ ਵਿੱਚ ਇਹ ਨਹੀਂ ਸੀ ਕਿ ਸਿਰਫ ਪਿਆਰੇ ਹੀ ਆ ਜਾਣ ਜਾਂ ਸੰਗਤ ਹੀ ਆ ਜਾਵੇ, ਕਿਸੇ ਖਾਸ ਕੁਲ ਦਾ ਹੀ ਆਵੇ। ਇਹ ਕੋਈ ਖਾਸ ਵਰਣਨ ਨਹੀਂ ਸੀ, ਉੱਥੇ ਕੋਈ ਵੀ ਉੱਠ ਕੇ ਆ ਸਕਦਾ ਸੀ। ਉਹਨਾਂ ਦੇ ਵਿੱਚੋਂ ਗੁਰੂ ਸਾਹਿਬ ਦੇ ਜਿਹੜੇ ਸੀ ਇਹ ਪੁੱਤਰ ਵੀ ਜਿਹੜੇ ਸੀ ਉਹ ਆ ਸਕਦੇ ਸੀ। ਤੇ ਉਸ ਸਮੇਂ ਫਿਰ ਨਾਦੀ ਖਾਲਸਾ ਜਿਹੜਾ ਸੀ ਸਤਿਗੁਰਾਂ ਦਾ ਨਾਦੀ ਪੁੱਤਰ, ਉਹ ਫਿਰ ਸਾਹਮਣੇ ਆਇਆ ਤੇ ਤਾਂ ਕਰਕੇ ਸਤਿਗੁਰਾਂ ਨੇ ਇਹ ਜਿਹੜੇ ਬਚਨ ਉਚਾਰਨ ਕੀਤੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸਤਿਕਾਰ ਦਿੱਤਾ। ਸਭ ਤੋਂ ਪਹਿਲਾਂ ਪੰਥ ਨੇ 5 ਪਿਆਰਿਆਂ ਦਾ ਜ਼ਿਕਰ ਕੀਤਾ ਹੈ ਤੇ ਫਿਰ 4 ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਇਹਨਾਂ ਦਾ ਜ਼ਿਕਰ ਜਿਹੜਾ ਹੈ ਪੰਥ ਨੇ ਕੀਤਾ ਹੈ। ਫਿਰ ਉਸ ਤੋਂ ਬਾਅਦ ਜਿਹੜੇ 40 ਮੁਕਤੇ, ਉਹਨਾਂ ਦਾ ਜ਼ਿਕਰ ਪੰਥ ਨੇ ਕੀਤਾ ਹੈ ਕਿ ਉਹਨਾਂ 40 ਨੇ ਆਪਣੇ ਆਪ ਨੂੰ ਗੁਰੂ ਦੇ ਲਈ ਅਰਪਣ ਕਰ ਦਿੱਤਾ, ਉਹ ਮੁਕਤੇ ਹੋਏ ਹਨ। ਤੇ ਸਾਧ ਸੰਗਤ, 40 ਮੁਕਤੇ, ਇੱਕ ਤੇ ਜਿਹੜੇ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਉਹ ਵੀ 40 ਜਣੇ ਸਨ, ਉਹ ਵੀ ਬਦੇਵ ਮੁਕਤ ਹੋਏ। ਤੇ ਫਿਰ ਉਸ ਤੋਂ ਬਾਅਦ 40 ਸਿੰਘ ਜਿਹੜੇ ਸੀ ਦਮਦਮਾ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਸੰਪਾਦਨਾ ਕਰਨ ਤੋਂ ਬਾਅਦ, ਪੂਰੀ ਬੀੜ ਤਿਆਰ ਕਰਨ ਤੋਂ ਬਾਅਦ, ਜੋ ਆਦ ਬੀੜ ਹੈ ਉਹਨੂੰ ਬੇਨਤੀ ਕਰਾਂ ਭਾਈ ਅਮਰੀਕ ਸਿੰਘ ਜੀ, ਤੁਹਾਡਾ ਸ਼ਾਇਦ ਮਾਈਕ ਜਿਹੜਾ ਉਹ ਔਨ ਹੈ, ਆਪ ਜੀ ਮਾਈਕ ਬੰਦ ਕਰ ਲਓ ਤੇ ਤਾਂ ਕਿ ਆਵਾਜ਼ ਆਪ ਜੀ ਨੂੰ, ਕਿਉਂਕਿ ਆਪ ਜੀ ਦੀ ਆਵਾਜ਼ ਇੱਧਰ ਆ ਰਹੀ ਹੈ, ਤਾਂ ਕਰਕੇ ਬੇਨਤੀ ਹੈ। ਸੋ ਗੱਲ ਕਰ ਰਹੇ ਸੀ ਕਿ ਇਹ ਜਿਹੜੇ 40 ਮੁਕਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਪਾਦਨਾ ਕਰ ਦਿੱਤੀ ਨਾ, ਫਿਰ ਉਹ ਸੰਪਾਦਨਾ ਕਰਨ ਤੋਂ ਬਾਅਦ 40 ਸਿੰਘਾਂ ਨੇ ਸਤਿਗੁਰਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਜਿਹੜੇ ਸੀ ਉਹ ਸੁਣਨੇ ਸੀ। ਜਿਨ੍ਹਾਂ ਨੇ ਸੁਣੇ ਤੇ ਸਾਡਾ ਇਤਿਹਾਸ ਕਹਿੰਦਾ ਉਹ ਜਿਹੜੇ 40 ਸਿੰਘ ਸਨ, ਉਹਨਾਂ ਦਾ ਨਾਮ ਲੜੀਵਾਰ, ਆਪ ਜੀ ਕਿਤੇ ਦਮਦਮਾ ਸਾਹਿਬ ਦੀ ਧਰਤੀ ਤੇ ਜਾਓ ਨਾ ਤੇ ਉਹਨਾਂ ਦਾ ਉਹ ਲੜੀਵਾਰ ਨਾਮ ਜਿਹੜਾ, ਉਹਨਾਂ ਦੀ ਕਿੱਥੋਂ ਦੇ ਰਹਿਣ ਵਾਲੇ ਸਨ, ਉਹਨਾਂ ਦੇ ਬਾਰੇ
ਉਹ ਸਾਰਾ ਲਿਖਿਆ ਹੋਇਆ ਹੈ। ਸੋ ਕਹਿਣ ਤੋਂ ਭਾਵ ਕਿ 40 ਮੁਕਤੇ ਉਹ ਵੀ ਹੋਏ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਆਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਦੇ ਵਿੱਚੋਂ ਜੋ ਵਚਨ ਸਨ, ਜੋ ਵਿਆਖਿਆ ਸਤਿਗੁਰਾਂ ਨੇ ਕੀਤੀ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਵਿਆਖਿਆ ਸੁਣੀ, ਉਹ ਵੀ 40 ਮੁਕਤੇ ਹੋਏ ਹਨ। ਇਸ ਤਰ੍ਹਾਂ ਇਹ 40 ਮੁਕਤੇ ਫਿਰ ਹੱਠੀ ਜਿਨ੍ਹਾਂ ਨੇ ਹੱਠ ਕੀਤਾ। ਹੁਣ ਸਾਧ ਸੰਗਤ ਸਤਿਗੁਰਾਂ ਨੇ ਤੇ ਗੁਰਬਾਣੀ ਦੇ ਅੰਦਰ ਸਾਨੂੰ ਹੱਠ ਜਪ ਤੇ ਤਪ ਦਾ ਜਿਹੜਾ ਹੈ ਗੱਲ ਕੀਤੀ ਹੈ ਕਿ ਇਹ ਤੇ ਸਿੱਖ ਨੇ ਨਹੀਂ ਕਰਨੇ, ਪਰ ਇੱਥੇ ਹੱਠੀ ਆਪਾਂ ਕਿਹੜੇ ਕਹਿ ਸਕਦੇ ਹਾਂ। ਅਸਲ 'ਚ ਸਾਧ ਸੰਗਤ ਪਹਿਲੀ ਗੱਲ ਇਹ ਹੈ ਕਿ ਜਿਹੜਾ ਮਨੁੱਖ ਪ੍ਰੇਮ ਦੇ ਵਿੱਚ ਭਿੱਜ ਕੇ, ਪ੍ਰੇਮ ਦੇ ਵਿੱਚ ਲੱਗ ਕੇ, ਕਿਉਂਕਿ ਸਤਿਗੁਰਾਂ ਦਾ ਇਹ ਬਚਨ ਹੈ ਨਾ, ਜਿਨ ਪ੍ਰੇਮ ਕੀਓ ਤਿਨਿ ਪ੍ਰਭ ਪਾਇਓ, ਤੇ ਜਿਨ੍ਹਾਂ ਨੇ ਪ੍ਰੇਮ ਦੇ ਵਿੱਚ ਜੁੜ ਕਰਕੇ ਪ੍ਰੇਮ ਦੇ ਨਾਲ ਜਪ ਕੀਤਾ, ਹੱਠ ਕੀਤਾ, ਉਹਨਾਂ ਦਾ ਵੀ ਪ੍ਰਵਾਨ ਹੈ। ਪਰ ਗੱਲ ਕੀ ਹੈ, ਪ੍ਰੇਮ ਪਿੱਛੇ ਹੋਣਾ ਚਾਹੀਦਾ। ਹੁਣ ਹੱਠ ਕੀ ਹੈ? ਹੱਠ ਕੀ ਹੁੰਦਾ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਚਲੇ ਜਾਂਦੇ ਸਨ ਲੋਕ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਤੇ ਉੱਥੇ ਜਾ ਕੇ ਕਿਸੇ ਨੇ ਇੱਕ ਪੈਰ ਦੇ ਉੱਤੇ ਖੜਾ ਹੋ ਜਾਣਾ, ਸਾਰਾ ਦਿਨ, ਕਈ ਮਹੀਨੇ ਇੱਕ ਪੈਰ ਤੇ ਖੜੇ ਰਹਿਣਾ, ਇਹਨੂੰ ਹੱਠ ਕਿਹਾ ਜਾਂਦਾ ਸੀ। ਜਿਵੇਂ ਬਾਬਾ ਫਰੀਦ ਜੀ ਦੇ ਬਾਬਤ ਵੀ ਆਉਂਦਾ ਕਿ ਬਾਬਾ ਫਰੀਦ ਜੀ ਵੀ ਜੰਗਲ 'ਚ ਗਏ ਤੇ ਖੂਹ ਦੇ ਵਿੱਚ ਪੁੱਠੇ ਲਮਕ ਕੇ ਇਹਨਾਂ ਨੇ ਤਪ ਕੀਤਾ। ਤੇ ਇਸ ਤਰ੍ਹਾਂ ਇਹ ਜਿਹੜਾ ਹੱਠ ਇਹਨੂੰ ਕਿਹਾ ਜਾਂਦਾ ਹੈ, ਹੱਠੀ ਹੋ ਕਰਕੇ, ਭਾਵ ਕਿ ਇਹ ਗੱਲ ਮੰਨ ਲੈਣੀ ਕਿ ਅੱਜ ਮੈਂ ਪਾਣੀ ਦੇ ਵਿੱਚ ਜੇ ਖੜਾ ਹੈ ਤੇ ਸਾਰਾ ਦਿਨ ਖੜਾ ਹੀ ਰਹਿਣਾ, ਇਹਨੂੰ ਹੱਠ ਕਹਿੰਦੇ ਆ। ਤੇ ਸਾਧ ਸੰਗਤ ਜੇ ਦੇਖਿਆ ਜਾਵੇ ਤੇ ਸਿੱਖ ਦਾ ਜੀਵਨ ਵੀ ਹੱਠ ਤੋਂ ਘੱਟ ਨਹੀਂ ਹੈ। ਅੰਮ੍ਰਿਤ ਵੇਲੇ ਦਾ ਰੋਜ਼ਾਨਾ ਉੱਠਣਾ ਇਹ ਕਿਤੇ ਕਿਸੇ ਹੱਠ ਤੋਂ ਘੱਟ ਨਹੀਂਗਾ। ਸਿੱਖ ਰੋਜ਼ ਅੰਮ੍ਰਿਤ ਵੇਲੇ ਉੱਠਦਾ ਹੈ, ਉਹ ਹੱਠੀ ਜੀਵਨ ਹੀ ਹੁੰਦਾ ਹੈ ਉਹਦਾ। ਅੰਮ੍ਰਿਤ ਵੇਲੇ ਉੱਠਣਾ ਕਿਤੇ ਸੌਖੀ ਗੱਲ ਨਹੀਂ, ਕਿਉਂਕਿ ਇਹ ਉਹ ਸਮਾਂ ਹੁੰਦਾ ਹੈ, ਕਹਿੰਦੇ ਆ ਕਿ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਹੈ ਨਾ, ਜੇ ਕਿਸੇ ਹਸਪਤਾਲ ਦੇ ਵਿੱਚ ਕਿਸੇ ਮਰੀਜ਼ ਨੂੰ ਸਾਰੀ ਰਾਤ ਨੀਂਦ ਨਾ ਆਵੇ, ਭਾਵੇਂ ਉਹ ਜਿੰਨਾ ਮਰਜ਼ੀ ਦਰਦ ਨਾਲ ਕੁਰਲਾਉਂਦਾ ਪਿਆ ਹੋਵੇ, ਪਰ ਉਹਨੂੰ ਅੰਮ੍ਰਿਤ ਵੇਲੇ ਨੀਂਦ ਆ ਜਾਂਦੀ। ਇਹ ਇੰਨਾ ਪ੍ਰਭਾਵ ਹੈ ਨੀਂਦ ਦਾ, ਅੰਮ੍ਰਿਤ ਵੇਲੇ ਵੱਧ ਨੀਂਦ ਆਉਂਦੀ। ਪਰ ਸਿੱਖਾਂ ਦਾ ਹੱਠ ਵੇਖੋ ਕਿੰਨਾ ਵੱਡਾ ਹੈ, ਅੰਮ੍ਰਿਤ ਵੇਲੇ ਜਾਗ ਕੇ ਫਿਰ ਬਾਣੀ ਪੜ੍ਹਦੇ ਆ, ਸਿਮਰਨ 'ਚ ਜੁੜਦੇ ਆ, ਇਹ ਹੱਠ ਤੋਂ ਘੱਟ ਨਹੀਂਗਾ। ਇਸੇ ਕਰਕੇ ਜਿਹੜਾ ਪ੍ਰੇਮ ਦੇ ਵਿੱਚ ਜੁੜ ਕਰਕੇ ਹੱਠ ਜਪ ਤੇ ਤਪ ਕਰਨਾ ਇਹ ਮਾੜਾ ਨਹੀਂ ਆ, ਪਰ ਗੱਲ ਕੀ ਹੈ, ਇਹਦੇ ਵਿੱਚ ਪ੍ਰੇਮ ਹੋਣਾ ਚਾਹੀਦਾ। ਇਹ ਰਿੱਧੀਆਂ ਸਿੱਧੀਆਂ ਵਾਸਤੇ ਹੱਠ ਕਰਦੇ ਆ, ਕਈ ਮੰਤਰਾਂ ਦਾ ਜਾਪ ਕਰਕੇ ਉਹਨਾਂ ਮੰਤਰਾਂ ਨੂੰ ਸਿੱਧ ਕਰਨ ਵਾਸਤੇ ਹੱਠ ਕਰਦੇ ਆ, ਤੇ ਇਹ ਜਿਹੜੇ ਆ ਹੱਠ ਇਹ ਮਾੜੇ ਆ, ਇਹਨਾਂ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਪਰ ਅਕਾਲ ਪੁਰਖ ਨਾਲ ਪ੍ਰੇਮ ਪਾਉਣ ਵਾਸਤੇ, ਆਪਾਂ ਅਕਾਲ ਪੁਰਖ ਦੇ ਵਿੱਚ ਭੇਦਤਾ ਵਾਸਤੇ ਜਿਹੜੇ ਪਿਆਰ ਦੇ ਨਾਲ ਹੱਠ ਕਰਦੇ ਆ ਨਾ, ਉਹਨਾਂ ਦਾ ਹੱਠ ਜਿਹੜਾ ਉਹ ਪ੍ਰਵਾਨ ਹੈ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ, ਜਿਹੜੇ ਕਹਿੰਦੇ ਕਿ ਮੈਂ ਅੱਜ ਵੀ ਉੱਠਿਆ ਤੇ ਕੱਲ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਂ ਉੱਠਾਂਗਾ ਹੀ ਉੱਠਾਂਗਾ, ਇਹ ਮੇਰਾ ਹੱਠ ਹੈ, ਉਹ ਪਿਆਰ ਦੇ ਵਿੱਚ ਉੱਠਦੇ ਆ, ਉਹਨਾਂ ਦਾ ਹੱਠ ਵੀ ਪ੍ਰਵਾਨ ਹੈ। ਫਿਰ ਜਪ ਕਰਦੇ ਆ, ਜਿਹੜੇ ਜਪੀ ਹੁੰਦੇ ਆ, ਜਿਨ੍ਹਾਂ ਨੇ ਜਪ ਕੀਤਾ ਹੈ, ਜਿਹੜੇ ਨਿਰੰਤਰ ਸਿਮਰਨ ਦੇ ਵਿੱਚ ਲੱਗੇ ਰਹਿੰਦੇ ਆ, ਪ੍ਰਸ਼ਾਦਾ ਪਾਣੀ ਛਕਦਿਆਂ ਵੀ ਨਾਮ ਜਪਦੇ ਰਹਿੰਦੇ ਆ, ਸਾਸ ਗਰਾਸ ਤੇ ਆਉਂਦੇ ਆ, ਉਹਨਾਂ ਜਪੀਆਂ ਦਾ ਧਿਆਨ ਕਰ ਧਰਨ ਦੇ ਲਈ ਪੰਥ ਨੇ ਪ੍ਰੇਰਿਤ ਕੀਤਾ ਹੈ। ਫਿਰ ਤਪ ਕਰਨ ਵਾਲੇ ਜਿਹੜੇ ਤਪ ਕਰਦੇ ਆ, ਹੁਣ ਸਿੱਖਾਂ ਨੇ ਕਿਤੇ ਘੱਟ ਤਪ ਕੀਤਾ ਸਾਧ ਸੰਗਤ। ਉਸ ਦਿਨ ਆਪਾਂ ਜੀਵਨ ਵਿਚਾਰਿਆ ਸੀ ਭਾਈ ਤਾਰੂ ਸਿੰਘ ਜੀ ਦਾ, ਤੇ ਉਹਦੇ ਵਿੱਚ ਜ਼ਿਕਰ ਵੀ ਆਇਆ ਸੀ ਕਿ ਸਿੱਖ ਜਿਹੜੇ ਸੀ ਜੰਗਲਾਂ ਦੇ ਵਿੱਚ ਜਦੋਂ ਰਹਿਣਾ ਸ਼ੁਰੂ ਕੀਤਾ ਸਿੱਖਾਂ ਨੇ, ਤੇ ਉਸ ਸਮੇਂ ਸਿੱਖਾਂ ਦੇ ਕੋਲ ਜਿਹੜਾ ਸੀ ਖਾਣ ਦੇ ਲਈ ਜਲ ਪਾਣੀ ਪ੍ਰਸ਼ਾਦਾ ਵੀ ਨਹੀਂ ਸੀ। ਇੰਨੇ ਹਾਲਾਤ ਜਿਹੜੇ ਉਹ ਮਾੜੇ ਹੋ ਗਏ ਸੀ ਜ਼ਕਰੀਆ ਖਾਨ ਦੇ ਵੇਲੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ ਸੀ। ਪਰ ਫਿਰ ਵੀ ਸਿੱਖਾਂ ਨੇ ਆਪਣਾ ਜਿਹੜਾ ਇਹ ਹੱਠ ਜਪ ਨਹੀਂ ਛੱਡਿਆ। ਤਪੀ ਹੋ ਕੇ ਆਪਣਾ ਜੀਵਨ, ਜਿਵੇਂ ਕੋਈ ਤਪੀ ਜੰਗਲ ਦੇ ਵਿੱਚ ਚਲਾ ਜਾਵੇ, ਉਹਨੂੰ ਪ੍ਰਸ਼ਾਦਾ ਪਾਣੀ ਵੀ ਨਾ ਮਿਲੇ, ਪਰ ਉਹ ਤਾਂ ਵੀ ਤਪ 'ਚ ਲੱਗਾ ਰਹਿੰਦਾ। ਤੇ ਇਸੇ ਤਰ੍ਹਾਂ ਗੁਰੂ ਕੇ ਪਿਆਰੇ ਸਿੱਖ ਜੰਗਲਾਂ ਦੇ ਵਿੱਚ ਜਾ ਕੇ ਨਾਮ ਬਾਣੀ ਨਾਲ ਜੁੜੇ ਰਹੇ, ਭਾਵੇਂ ਪ੍ਰਸ਼ਾਦਾ ਮਿਲਦਾ ਸੀ ਤੇ ਭਾਵੇਂ ਨਹੀਂ ਮਿਲਦਾ ਸੀ। ਇਹ ਸਾਧ ਸੰਗਤ ਤਪ ਹੈ। ਇਹ ਉਹਨਾਂ ਤਪੀਆਂ ਦਾ ਜਿਹੜਾ ਧਿਆਨ ਸਿੱਖ ਨੇ ਕਰਨਾ ਹੈ। ਫਿਰ ਉਸ ਤੋਂ ਬਾਅਦ ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਨੇ ਨਾਮ ਜਪਿਆ ਹੈ, ਨਾਮ ਜਪਣ ਵਾਲੇ ਜਿਹੜੇ ਪ੍ਰੇਮ ਦੇ ਵਿੱਚ ਜੁੜ ਕੇ ਗੁਰੂ ਦਾ ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਸਦਾ ਹੀ ਗੁਰੂ ਗੁਰੂ ਜਪਦੇ ਰਹਿੰਦੇ ਆ, ਉਹਨਾਂ ਦਾ ਧਿਆਨ ਜਿਹੜਾ ਪੰਥ ਨੇ ਕਿਹਾ ਹੈ ਕਿ ਉਹਨਾਂ ਦਾ ਧਿਆਨ ਕਰੋ। ਜਿਨ੍ਹਾਂ ਨੇ ਜਪਿਆ ਹੈ, ਜਿਹੜੇ ਆਪ ਵੀ ਜਪਦੇ ਆ ਤੇ ਦੂਸਰਿਆਂ ਨੂੰ ਜਪਣ ਦੀ ਪ੍ਰੇਰਣਾ ਕਰਦੇ ਕਿ ਭਾਈ ਇਹ ਜਪੋਗੇ ਤੇ ਤੁਹਾਡਾ ਭਲਾ ਹੈ। ਉਹਨਾਂ ਜਪਣ ਵਾਲਿਆਂ ਦਾ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨਾਮ ਜਪਿਆ,
फिर उस तो बाद गल कीती है वंड छकिया। ते वंड छकन तो भाव साध संगत असी सिर्फ प्रशादा ही नहीं लेना, वंड छकन तो भाव है कि हर किसी लोड़वंद की जिहड़ी है ना जरूरत अनुसार उसकी मदद करनी वंड छकना है। सिख जिहड़ा है ना अपने जीवन दे विच वंड छके दा धारनी जिहड़ा होना वो बड़ा जरूरी है। सिख पुराने समयां दे विच भावें सिखां दे कोल प्रशादे दी टोट ही रहिंदी सी, ਜ਼ਕਰੀਆ ਖਾਨ ਦੇ ਵੇਲੇ ਹਾਲਾਤ ਭਾਵੇਂ ਮਾੜੇ ਰਹਿੰਦੇ ਸਨ ਪਰ ਫਿਰ ਵੀ ਉਹ ਪ੍ਰਸ਼ਾਦਾ ਜਿੰਨਾ ਕੁ ਬਣਦਾ ਸੀ ਤਿਆਰ ਕਰਕੇ ਇਹ ਆਵਾਜ਼ ਜ਼ਰੂਰ ਦਿੰਦੇ ਸਨ ਕਿ ਭਾਈ ਜੇ ਕੋਈ ਗਰੀਬ ਜੇ ਕੋਈ ਭੁੱਖਾ ਹੈ ਤਾਂ ਆ ਜਾਓ, ਗੁਰੂ ਕਾ ਲੰਗਰ ਤਿਆਰ ਹੈ ਤੇ ਛਕਣ ਦੀ ਕਿਰਪਾਲਤਾ ਕਰੋ, ਤੁਹਾਨੂੰ ਛਕਾ ਕੇ ਸਾਨੂੰ ਬੜੀ ਖੁਸ਼ੀ ਹੋਏਗੀ ਤੇ ਫਿਰ ਅਸੀਂ ਛਕਾਂਗੇ। ਇਹ ਸੀ ਵੰਡ ਛਕਣਾ। ਤੇ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਦੇਖਿਆ ਜਾਵੇ ਸਿੱਖ ਦੂਸਰਿਆਂ ਦੀ ਮਦਦ ਕਰ ਰਹੇ ਆ। ਹੁਣ ਆਪ ਜੀ ਨੂੰ ਪਤਾ ਹੈ ਜੋ ਹਾਲਾਤ ਚੱਲ ਰਹੇ ਆ, ਜ਼ਿਆਦਾ ਨਾ ਇਹਦੇ ਵਿੱਚ ਜਾਵਾਂ ਡੂੰਘਾਈ ਚ, ਇਹ ਵੰਡ ਛਕੇ ਦੀ ਕਿੱਡੀ ਵੱਡੀ ਉਦਾਹਰਨ ਹੈ। ਇਹ ਸਾਨੂੰ ਪੰਥ ਨੇ, ਇਹ ਸਾਨੂੰ ਸਾਡੇ ਗੁਰੂ ਨੇ ਦਿੱਤਾ ਹੋਇਆ ਵਿਰਸਾ ਹੈ ਵੰਡ ਕੇ ਛਕਣ। ਕਿ ਜੇ ਸਿੱਖਾ ਤੇਰੇ ਕੋਲ ਇੱਕ ਦਸਵੰਧ ਦੀ ਰਸਮ ਸਤਿਗੁਰਾਂ ਨੇ ਪੱਕੀ ਕਰ ਦਿੱਤੀ ਕਿ ਸਿੱਖਾ ਜੇ ਤੇਰੇ ਕੋਲ 100 ਰੁਪਈਆ ਹੈ ਨਾ ਉਹਦੇ ਵਿੱਚੋਂ 10 ਰੁਪਈਏ ਤੂੰ ਕਿਸੇ ਗਰੀਬ ਦੇ ਵਾਸਤੇ, ਕਿਸੇ ਲੋੜਵੰਦ ਦੇ ਵਾਸਤੇ ਜਿਹੜੇ ਕੱਢਣੇ ਆ। ਤੇ ਸਾਧ ਸੰਗਤ ਜਿਹੜਾ ਲੋੜਵੰਦ ਹੁੰਦਾ ਹੈ ਉਹ ਗਰੀਬ ਵੀ ਹੋ ਸਕਦਾ ਤੇ ਅਮੀਰ ਵੀ ਹੋ ਸਕਦਾ। ਲੋੜਵੰਦ ਸ਼ਬਦ ਲੋੜਵੰਦ ਜਿਹੜਾ ਮੈਂ ਵਰਤਿਆ ਤੇ ਲੋੜਵੰਦ ਹੁੰਦਾ ਜਿਹਨੂੰ ਕਿਸੇ ਚੀਜ਼ ਦੀ ਲੋੜ ਹੈ। ਕਈ ਵਾਰੀ ਐਸੇ ਵੀ ਮਨੁੱਖ ਮਿਲ ਜਾਂਦੇ ਆ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਕਿਸੇ ਦੇ ਸਹਾਰੇ ਦੀ ਖਾਸ ਕਰ। ਉਹ ਫਿਰ ਜਿਹੜਾ ਵੀ ਸਿੱਖ, ਜਿਹੜਾ ਵੀ ਗੁਰਮੁਖ ਪਿਆਰਾ ਉਹਨਾਂ ਦੀ ਮਦਦ ਕਰਦਾ ਹੈ ਉਹ ਫਿਰ ਵੰਡ ਛਕਣੇ ਦਾ ਧਾਰਨੀ ਹੁੰਦਾ ਹੈ। ਉਹ ਫਿਰ ਵੰਡ ਕੇ ਹੀ ਛਕਦਾ ਹੈ। ਫਿਰ ਦੇਗ ਚਲਾਈ, ਜਿਨ੍ਹਾਂ ਨੇ ਦੇਗ ਚਲਾਈ, ਭਾਵ ਜਿਨ੍ਹਾਂ ਨੇ ਲੰਗਰ ਚਲਾਏ, ਜਿਨ੍ਹਾਂ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਪਹਿਲਾਂ ਵੀ ਲੰਗਰ ਚਲਾਉਂਦੇ ਰਹੇ ਸੀ ਸਿੱਖ ਗੁਰੂ ਤੋਂ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤੀ ਸੀ ਮਰਿਆਦਾ, ਉਸ ਮਰਿਆਦਾ ਨੂੰ ਅੱਗੇ ਲੈ ਕਰਕੇ ਸਿੱਖ ਲੰਗਰ ਚਲਾਉਂਦੇ ਰਹੇ। ਹੁਣ ਵੀ ਜਿਹੜੇ ਚਲਾ ਰਹੇ ਆ, ਜਿਨ੍ਹਾਂ ਦੇਗ ਚਲਾਈ, ਦੇਗ ਤੋਂ ਭਾਵ ਹਰ ਜਗ੍ਹਾ ਦੇ ਉੱਤੇ ਲੰਗਰ ਦਾ ਪ੍ਰਬੰਧ ਕਰਨਾ, ਹਰ ਕਿਸੇ ਦੀ ਮਦਦ ਕਰਨੀ, ਦੇਗ ਚਲਾਈ, ਤੇਗ ਵਾਹੀ ਧਰਮ ਦੇ ਵਾਸਤੇ ਜਿਨ੍ਹਾਂ ਨੇ ਤੇਗਾਂ ਵਾਹੀਆਂ, ਖਾਲਸੇ ਦਾ ਰਾਜ ਸਥਾਪਿਤ ਕੀਤਾ, ਜਿਨ੍ਹਾਂ ਨੇ ਤੇਗਾਂ ਵਾਹ ਕੇ ਆਪਣੇ ਆਪ ਨੂੰ ਇੰਨਾ ਸਟੈਬਲਿਸ਼ ਕੀਤਾ, ਇੰਨਾ ਇੱਕ ਪੱਧਰ ਦੇ ਉੱਤੇ ਲਿਆ ਕਰਕੇ ਬਿਠਾ ਦਿੱਤਾ ਕਿ ਹਾਂ ਸਿੱਖ ਜਿਹੜੀ ਆ ਸੁਤੰਤਰ ਹਸਤੀ ਆ। ਇਹ ਸਾਧ ਸੰਗਤ ਜਿਹੜੀ ਆ ਨਾ ਤੇਗਾਂ ਵਾਹ ਕੇ ਹੀ ਸਿੱਖਾਂ ਨੇ ਇੱਥੋਂ ਤੱਕ ਇਹ ਪ੍ਰਾਪਤੀ ਕੀਤੀ। ਕਿਉਂਕਿ ਜ਼ੁਲਮ ਰਾਜ ਦਾ ਜਿਹੜਾ ਅੰਤ ਹੈ ਨਾ ਉਹ ਬਿਨਾਂ ਤੇਗ ਚਲਾਉਣ ਤੋਂ ਨਹੀਂ ਹੋ ਸਕਦਾ। ਜਿਹੜੀ ਤੇਗ ਹੈ ਨਾ, ਤੇਗ ਤੋਂ ਭਾਵ ਕਿਰਪਾਨ, ਜਿਹੜੀ ਤੇਗ ਹੈ ਨਾ, ਤੇਗ ਵਾਹੁਣ ਤੋਂ ਬਿਨਾਂ ਜ਼ੁਲਮ ਦਾ ਕਦੀ ਨਾਸ਼ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਸੁੰਦਰ ਵਚਨ ਹੈ ਕਿ ਜਿਹੜਾ ਇਹ ਰਾਜ ਹੈ ਨਾ ਇਹ ਧਰਮ ਦੇ ਅਧੀਨ ਹੈ, ਪਰ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਜੇ ਧਰਮ ਦੀ ਪ੍ਰਾਪਤੀ ਕਰਨੀ ਹੈ ਉਹਦੇ ਵਾਸਤੇ ਸਾਨੂੰ ਅਣਖੀ ਯੋਗ ਕਰਕੇ ਰਹਿਣਾ ਪੈਣਾ। ਤੇ ਫਿਰ ਸਤਿਗੁਰਾਂ ਨੇ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ, ਜੇ ਰਾਜ ਕਰਨਾ ਹੈ ਉਹਦੇ ਵਾਸਤੇ ਸ਼ਸਤਰ ਜਿਹੜੇ ਉਹ ਉਠਾਉਣੇ ਜ਼ਰੂਰੀ ਹੈ। ਤੇ ਫਿਰ ਜਿਹੜਾ ਰਾਜ ਸਿੱਖ ਨੇ ਕਰਨਾ ਹੈ ਉਹ ਨੀਵੇਂ ਹੋ ਕਰਕੇ, ਧਰਮੀ ਹੋ ਕਰਕੇ ਉਸ ਰਾਜ ਨੂੰ ਚਲਾਉਣਾ ਹੈ। ਇਸ ਕਰਕੇ ਸਿੱਖਾਂ ਨੇ ਫਿਰ ਇਹ ਤੇਗਾਂ ਵਾਹ ਕੇ ਰਾਜ ਪ੍ਰਾਪਤ ਵੀ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਇਹ ਸਾਰਾ ਇਸੇ ਤੇਗਾਂ ਦੀ ਹੀ ਮਹੱਤਤਾ ਸੀ ਕਿ ਜਦੋਂ ਨਾਦਰ ਸ਼ਾਹ ਵਰਗੇ, ਅਬਦਾਲੀ ਵਰਗੇ ਇਸ ਧਰਤੀ ਤੇ ਆਉਂਦੇ, ਜਦੋਂ ਤੇਗਾਂ ਵਾਹ ਵਾਹ ਕੇ ਸਿੱਖ ਇਹਨਾਂ ਨੂੰ ਲੁੱਟ ਲੈਂਦੇ ਤੇ ਫਿਰ ਇਹ ਜਿਹੜਾ ਵੀ ਸੂਬੇਦਾਰ ਹੁੰਦਾ ਸੀ ਪੰਜਾਬ ਦਾ ਉਹਨੂੰ ਇਹ ਗੱਲ ਪੁੱਛ ਕੇ ਜਾਂਦੇ ਸਨ ਇਹ ਕੌਣ ਆ। ਤੇ ਜਦੋਂ ਸਿੱਖਾਂ ਨੂੰ ਇਹ ਪੁੱਛਦਾ ਵੀ ਸਿੱਖ ਕੌਣ ਆ ਤੇ ਫਿਰ ਉਸ ਸਮੇਂ ਜਿਹੜਾ ਇੱਥੇ ਪੰਜਾਬ ਦਾ ਸੂਬੇਦਾਰ ਹੁੰਦਾ ਸੀ ਉਹ ਸਿੱਖਾਂ ਬਾਰੇ ਦੱਸਦਾ ਨਾ, ਤੇ ਫਿਰ ਉਹ ਜਾਣ ਲੱਗਾ। ਨਾਦਰ ਸ਼ਾਹ ਵੀ ਕਹਿ ਕੇ ਗਿਆ ਸੀ ਤੇ ਅਬਦਾਲੀ ਵੀ ਇਹ ਗੱਲ ਕਹਿ ਕੇ ਗਿਆ ਸੀ ਕਿ ਇਹਨਾਂ ਦਾ ਰਾਜ ਨੇੜੇ ਹੈ ਤੇ ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਸੋ ਕਹਿਣ ਤੋਂ ਭਾਵ ਜਿਨ੍ਹਾਂ ਨੇ ਤੇਗ ਵਗਾਈ, ਤੇਗ ਵਾਹ ਕਰਕੇ ਜਿਨ੍ਹਾਂ ਨੇ ਇਹ ਜਿਹੜਾ ਇੰਨਾ ਸੇਵਾ ਕੀਤੀ ਪੰਥ ਦੀ, ਨਾਲੇ ਦੇਗਾਂ ਚਲਾਈਆਂ ਨਾਲੇ ਤੇਗਾਂ ਵਾਹੀਆਂ, ਸੁਤੰਤਰ ਰਾਜ ਦੀ ਜਿਹੜੀ ਪ੍ਰਾਪਤੀ ਕੀਤੀ, ਉਹਨਾਂ ਦਾ ਧਿਆਨ ਜਿਹੜਾ ਉਹ ਕਰਨਾ ਹੈ। ਫਿਰ ਦੇਖ ਕੇ ਅਣਡਿੱਠ ਕੀਤਾ ਸ਼ਬਦ ਆਇਆ ਕਿ ਦੇਖ ਕੇ ਅਣਡਿੱਠ ਕੀਤਾ ਕੀ ਹੁੰਦਾ ਹੈ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਲੋਕ ਹੈ ਨਾ, ਜੇ ਕੋਈ ਭਲਾ ਕੰਮ ਕਰਦਾ ਹੈ ਨਾ
ਉਹਨੂੰ ਅਸੀਂ ਪ੍ਰਮੋਟ ਨਹੀਂ ਕਰਦੇ, ਉਹਦੇ ਵੱਲ ਧਿਆਨ ਨਹੀਂ। ਹਾਂ ਮੈਂ ਆਪ ਕਰਾਂ ਤੇ ਫਿਰ ਮੈਂ ਵੀਡੀਓ ਬਣਾ ਕੇ ਜ਼ਰੂਰ ਪਾ ਦਿੰਦਾ ਵੀ ਹਾਂ ਮੈਂ ਆ ਚੰਗਾ ਕੰਮ ਕੀਤਾ, ਪਰ ਜਦੋਂ ਕੋਈ ਹੋਰ ਕਰੇ ਨਾ, ਭਾਵੇਂ ਸਾਡਾ ਸ਼ਰੀਕ ਹੀ ਹੋਵੇ, ਤੇ ਅਸੀਂ ਕਹਿੰਦੇ ਆ ਵਾਧੂ ਪੈਸੇ ਆਏ, ਤੂੰ ਬੜਾ ਚੰਗਾ ਬਣਦਾ। ਸੋ ਕਹਿਣ ਤੋਂ ਭਾਵ ਕਿ ਜੇ ਕਿਸੇ ਦਾ ਕੋਈ ਹੈਗਾ ਆ, ਕੋਈ ਚੰਗਾ ਕਾਰਜ ਕਰਦਾ, ਉਹਨੂੰ ਅਸੀਂ ਪ੍ਰਮੋਟ ਨਹੀਂ ਕਰਦੇ। ਸਾਡਾ ਇਹ ਦੁਨੀਆ ਦਾ ਫਿਤਰਤ ਹੈ। ਤੇ ਜੇ ਕੋਈ ਮਾੜਾ ਕਾਰਜ ਕਰਦਾ ਨਾ, ਉਹ ਅਸੀਂ 10 ਨਹੀਂ 1000 ਜਾਣਿਆਂ ਵਿੱਚ ਗੱਲ ਕਰਦੇ ਹਾਂ ਕਿ ਉਹ ਬੰਦਾ ਮਾੜਾ ਹੈ। ਭਾਵ ਉਹਦਾ ਜੀਵਨ ਬੜਾ ਮਾੜਾ ਹੈ, ਉਹ ਆਪਣੇ ਜੀਵਨ ਤੋਂ ਗਿਰਿਆ ਹੋਇਆ ਹੈ। ਭਾਵੇਂ ਹੋਵੇ ਜਾਵੇਂ ਚਾਹੇ ਨਾ ਹੋਵੇ, ਉਹ ਗੱਲ ਵੱਖਰੀ ਹੈ, ਪਰ ਇਹ ਅਸੀਂ ਰੱਜ ਕੇ ਉਹਦੀ ਭੰਡੀ ਕਰਦੇ ਹਾਂ ਦੂਰ ਦੂਰ ਜਾ ਕਰਕੇ ਕਿ ਉਹ ਬੰਦਾ ਬੜਾ ਮਾੜਾ ਹੈ। ਇਸ ਕਰਕੇ ਇੱਥੇ ਸ਼ਬਦ ਵਰਤਿਆ ਹੈ ਪੰਥ ਨੇ, ਦੇਖ ਕੇ ਅੰਡਿਤ ਕੀਤਾ, ਕਿ ਉਹਨਾਂ ਸਿੱਖਾਂ ਦਾ ਧਿਆਨ ਧਰਨਾ ਹੈ, ਖਾਲਸੇ ਨੇ ਸਿੱਖਾਂ ਦਾ, ਉਹਨਾਂ ਪਿਆਰਿਆਂ ਦਾ ਧਿਆਨ ਧਰਨਾ ਹੈ। ਕਿਹਨਾਂ ਦਾ? ਜਿਨ੍ਹਾਂ ਨੇ ਕਿਸੇ ਦੇ ਅਵਗੁਣ ਨਹੀਂ ਵਿਚਾਰੇ, ਭਾਵੇਂ ਕੋਈ ਕਿੰਨਾ ਵੀ ਅਵਗੁਣ ਆ ਰਿਹਾ ਸੀ, ਭਾਵੇਂ ਕਿੰਨੇ ਵੀ ਡਿੱਗੇ ਹੋਏ ਜੀਵਨ ਵਾਲਾ ਸੀ, ਉਹਨਾਂ ਦੇ ਅਵਗੁਣ ਨਹੀਂ ਵਿਚਾਰੇ, ਸਗੋਂ ਆਪਣੇ ਆਪ ਨੂੰ ਜਿਹੜਾ ਹੈ ਨਾ, ਉਹ ਮੰਦਾ ਸਮਝ ਕੇ ਚੱਲੇ ਕਿ ਅਸੀਂ ਮਾੜੇ ਹਾਂ ਤੇ ਉਹ ਚੰਗਾ ਹੈ। ਇਹ ਜਿਹੜੀ ਗੱਲ ਸਮਝ ਕੇ ਚੱਲਣਾ ਜਿਹੜਾ ਗੁਰਮਤਿ ਦਾ ਜਿਹੜਾ ਸਿਧਾਂਤ ਹੈ, ਕਿ ਹਰ ਕੋਈ, ਕਿਉਂਕਿ ਇਸ ਸੰਸਾਰ ਦੇ ਉੱਤੇ ਜਿਹੜਾ ਹੈ ਨਾ, ਮਨੁੱਖ ਦੂਸਰਿਆਂ ਨੂੰ ਭੰਡਣ ਤੇ ਲੱਗਾ ਹੋਇਆ ਹੈ, ਤੇ ਪਰ ਆਪਾਂ ਜਿਹੜਾ ਉਹ ਦੇਖਦਾ ਨਹੀਂ। ਜਿਵੇਂ ਸਿਆਣੇ ਕਹਿੰਦੇ ਨੇ, ਆਪਣੀ ਪੀੜੀ ਥੱਲੇ ਸੋਟਾ ਨਹੀਂ ਮਾਰਦਾ। ਉਹ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਇਹ ਗੱਲ ਨਹੀਂ ਵੇਖਦੇ ਕਿ ਮੇਰਾ ਜੀਵਨ ਕਿਵੇਂ ਦਾ ਹੈ, ਅਸੀਂ ਦੂਸਰਿਆਂ ਨੂੰ ਭੰਡਣ ਦੀ ਕਰਦੇ ਹਾਂ। ਪਰ ਖਾਲਸੇ ਨੇ ਸਾਨੂੰ ਕੀ ਸਿਖਾਇਆ, ਸਾਡੇ ਵਡੇਰਿਆਂ ਨੇ ਸਾਨੂੰ ਅਰਦਾਸ ਦੇ ਵਿੱਚ ਕੀ ਸਿਖਾਇਆ, ਕਿ ਡੇ ਕੇ ਅੰਡਿਤ ਕੀਤਾ। ਜਿਨ੍ਹਾਂ ਨੇ ਦੂਸਰਿਆਂ ਦੇ ਅਵਗੁਣ ਨਹੀਂ ਚਿਤਾਰੇ, ਕਿਸੇ ਦੇ ਅਵਗੁਣ ਦੇ ਕੇ ਉਹਨਾਂ ਨੂੰ ਦੁਰਕਾਰ ਕੇ ਦੂਰ ਨਹੀਂ ਕੀਤਾ, ਸਗੋਂ ਆਪਣੇ ਗਲ ਨਾਲ ਲਾਇਆ ਕਿ ਆਓ ਤੁਸੀਂ ਜੇ ਮਾੜੇ ਜੀਵਨ ਵਾਲੇ ਹੋ, ਜੇ ਤੁਹਾਡਾ ਜੀਵਨ ਮਾੜਾ ਹੈ, ਜੇ ਤੁਸੀਂ ਵਿਕਾਰਾਂ ਦੇ ਵਿੱਚ ਫਸੇ ਹੋਏ ਹੋ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹੈ। ਤੁਹਾਨੂੰ ਬਾਣੀ ਦੇ ਨਾਲ ਜੋੜ ਕੇ ਤੁਹਾਡਾ ਜੀਵਨ ਵੀ ਉੱਚਾ ਹੋ ਜਾਵੇਗਾ। ਜੇ ਅਸੀਂ ਜੁੜੇ ਹਾਂ ਤੇ ਤੁਸੀਂ ਵੀ ਜੁੜੋ। ਐਸਾ ਜੀਵਨ ਦੇਖ ਕੇ ਅੰਡਿਤ ਕੀਤਾ। ਉਹਨਾਂ ਨੇ ਦੂਸਰਿਆਂ ਦੇ ਅਵਗੁਣ ਨਹੀਂ ਚਿਤਾਰੇ, ਉਹਨਾਂ ਨੂੰ ਦੇਖ ਕੇ ਅੰਡਿਤ ਕੀਤਾ। ਤਿੰਨਾਂ ਪਿਆਰਿਆਂ, ਉਹਨਾਂ ਪਿਆਰਿਆਂ ਦਾ ਜਿਨ੍ਹਾਂ ਨੇ ਕਿਸੇ ਅਵਗੁਣ ਨਹੀਂ ਚਿਤਾਰੇ, ਜਿਨ੍ਹਾਂ ਨੇ ਹੱਠ ਜਪ ਤਪ ਕੀਤਾ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵੰਡ ਕੇ ਛਕਿਆ, ਜਿਨ੍ਹਾਂ ਨੇ ਦੇਗਾਂ ਚਲਾਈਆਂ, ਤੇਗਾਂ ਵਾਹੀਆਂ, ਤਿੰਨਾਂ ਪਿਆਰਿਆਂ ਤੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸੇ ਨੇ ਕਿਹਾ ਹੈ ਕਿ ਬੋਲਣਾ ਹੈ ਵਾਹਿਗੁਰੂ। ਕਿ ਉਹਨਾਂ ਨੇ ਆਪਣਾ ਜੀਵਨ ਬੜੇ ਹੀ ਮੁਸ਼ੱਕਤ ਦੇ ਨਾਲ ਜਿਹੜੀ ਘਾਲਣਾ ਕੀਤੀ ਹੈ। ਐਸਾ ਜੀਵਨ ਉਹਨਾਂ ਦਾ ਜਿਹੜਾ ਸੀ, ਇਹੋ ਜਿਹਾ ਜੀਵਨ ਇੱਕ ਸਿੱਖ ਦਾ ਹੋਣਾ ਚਾਹੀਦਾ ਹੈ। ਇਹ ਜਿਹੜੀ ਤਾਕੀਦ ਸਾਨੂੰ ਪੰਥ ਨੇ ਕੀਤੀ ਹੈ। ਫਿਰ ਉਸ ਤੋਂ ਬਾਅਦ ਸਾਧ ਸੰਗਤ ਤੇ ਸਾਡਾ ਲਸਾਨੀ ਸ਼ਹਾਦਤ ਦਾ ਜਿਹੜਾ ਇਤਿਹਾਸ ਉਹ ਆ ਜਾਂਦਾ ਹੈ। ਸਭ ਤੋਂ ਪਹਿਲਾਂ ਜਿਹੜਾ ਹੈ ਨਾ, ਸਮਾਂ ਸੀਮਿਤ, ਅੱਛਾ 10 ਮਿੰਟ ਹਨ, ਤੇ ਆਪਾਂ ਥੋੜੀ ਜਿਹੀ ਵਿਚਾਰ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ, ਕਿਉਂਕਿ ਸਮਾਂ ਸੀਮਿਤ ਹੈ। ਵਾਹਿਗੁਰੂ। ਹਾਂ, ਸੋ ਬੇਨਤੀ ਹੈ ਕਿ ਇਸ ਤੋਂ ਬਾਅਦ ਜਿਨ੍ਹਾਂ ਨੇ ਪਿਆਰਿਆਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗਾਂ ਚਲਾਈਆਂ, ਤੇਗਾਂ ਵਾਹੀਆਂ, ਦੇਖ ਕੇ ਅੰਡਿਤ ਕੀਤਾ, ਹਨਾ, ਇਹਨਾਂ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਸਾਡੇ ਸ਼ਹੀਦਾਂ, ਇਹ ਅਗਲਾ ਪਹਿਰਾ ਸਾਰੇ ਦਾ ਸਾਰਾ ਉਹਨਾਂ ਸ਼ਹੀਦਾਂ ਦਾ, ਕਿਹਨਾਂ ਦਾ? ਜਿਨ੍ਹਾਂ ਨੇ ਆਪਣਾ ਸਿਦਕ ਨਹੀਂ ਹਾਰਿਆ, ਸਿੱਖੀ ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਨਿਭਾਈ, ਉਹਨਾਂ ਦਾ ਜੀਵਨ ਅਗਲੇ ਜਿਹੜੇ ਬੰਦ ਦੇ ਵਿੱਚ ਦੱਸਿਆ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਜਿਨ੍ਹਾਂ ਨੇ ਧਰਮ ਦੇ ਵਾਸਤੇ ਆਪਣੇ ਸੀਸ ਕੁਰਬਾਨ ਕਰ ਦਿੱਤੇ, ਧਰਮ ਦੇ ਵਾਸਤੇ ਜਿਨ੍ਹਾਂ ਨੇ ਆਪਣੀ ਜਿੰਦ ਜਾਨ ਲਾ ਦਿੱਤੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਦੀ ਸੀਸ ਦਿੱਤੇ, ਫਿਰ ਬੰਦ ਕਟਵਾਏ। ਬੰਦ ਕਿਹਨਾਂ ਦੇ ਕੱਟੇ ਗਏ ਸੀ? ਭਾਈ ਮਨੀ ਸਿੰਘ ਜੀ ਵਰਗੇ ਬੰਦ ਕਟਾਏ, ਖੋਪੜੀਆਂ ਲੁਹਾਈਆਂ। ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਆਇਆ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ। ਫਿਰ ਜਿਹੜੇ ਚਰਖੜੀਆਂ ਤੇ ਚੜੇ, ਭਾਈ ਸੁਬੇਗ ਸਿੰਘ, ਸਹਿਬਾਜ਼ ਸਿੰਘ ਜੀ, ਇਹਨਾਂ ਨੂੰ ਚਰਖੜੀ ਦੇ ਉੱਪਰ ਚੜਾ ਕਰਕੇ ਸ਼ਹੀਦ ਕੀਤਾ ਗਿਆ ਸੀ। ਆਰਿਆਂ ਨਾਲ ਚਰਾਏ ਗਏ। ਤੇ ਭਾਈ ਮਤੀ ਦਾਸ ਜੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਹੁਣ ਇੱਥੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਜਿਹੜਾ ਸ਼ਬਦ ਆਇਆ ਨਾ, ਇਹ ਉਹਨਾਂ ਸਮੂਹ ਸ਼ਹੀਦਾਂ ਵਾਸਤੇ ਆਇਆ ਹੈ ਜਿਨ੍ਹਾਂ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਸ ਸਮੇਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ। ਮਹੰਤਾਂ ਦੇ ਕੋਲ ਗੁਰਦੁਆਰੇ ਸਨ
ਤੇ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਹੋਇਆ, ਗੁਰੂ ਕੇ ਬਾਗ ਦਾ ਮੋਰਚਾ ਲੱਗਿਆ, ਅੰਮ੍ਰਿਤਸਰ ਦੀਆਂ ਜਿਹੜੀਆਂ ਚਾਬੀਆਂ ਸੀ ਉਹ ਲਈਆਂ। ਇਹ ਸਾਰੀਆਂ ਕੁਰਬਾਨੀਆਂ ਕਰਨ ਵਾਲੇ ਤਰਨਤਾਰਨ ਦਾ ਜਿਹੜਾ ਦਰਬਾਰ ਸਾਹਿਬ ਸੀ, ਇਹਦੇ ਤੇ ਵੀ ਕਬਜ਼ਾ ਸੀ ਮੰਤਾਂ ਦਾ। ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਜਿਨ੍ਹਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਜ਼ਿਕਰ ਹੈ ਇੱਥੇ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਭਾਈ ਲਛਮਣ ਸਿੰਘ ਜੀ ਧਾਰੋਵਾਲ, ਉਹਨਾਂ ਨੂੰ ਜੰਡ ਦੇ ਨਾਲ ਬੰਨ੍ਹ ਕੇ ਸਾੜਿਆ ਗਿਆ। ਨਨਕਾਣਾ ਸਾਹਿਬ ਦਾ ਸਾਕਾ। ਇਸੇ ਤਰ੍ਹਾਂ ਹੋਰ ਜਿੰਨੇ ਵੀ ਸਿੱਖ ਸਨ, ਸਾਧ ਸੰਗਤ ਇੱਥੇ ਭਾਵੇਂ ਕਿ ਸ਼ਬਦ ਵਰਤੇ ਆ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ, ਉਹਨਾਂ ਦੇ ਵਿੱਚ ਸਿੰਘ ਵੀ ਆ ਗਏ, ਸਿੰਘਣੀਆਂ ਵੀ ਆ ਗਈਆਂ, ਹਨਾ। ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ। ਬੰਦ ਭਾਵੇਂ ਭਾਈ ਮਨੀ ਸਿੰਘ ਜੀ ਦੇ ਕੱਟੇ ਗਏ, ਪਰ ਹੋਰ ਪਤਾ ਨਹੀਂ ਕਿੰਨੇ ਕੁ ਸਿੱਖਾਂ ਨੂੰ ਇਸ ਤਰ੍ਹਾਂ ਕਤਲ ਕੀਤਾ ਗਿਆ ਸੀ। ਕਿਉਂਕਿ ਅਸੀਂ ਖਾਸ ਸਿੱਖਾਂ ਬਾਰੇ ਜਾਣਕਾਰੀ ਰੱਖਦੇ ਹਾਂ, ਜਿਨ੍ਹਾਂ ਦੇ ਬੰਦ ਕੱਟੇ ਗਏ, ਖੋਪੜੀਆਂ ਲਾਈਆਂ ਗਈਆਂ, ਚਰਖੜੀਆਂ ਤੇ ਚੜਾਏ ਗਏ। ਅਸੀਂ ਖਾਸ ਸਿੱਖਾਂ ਬਾਰੇ ਜਾਣਕਾਰੀ ਹੈ, ਪਰ ਉਸ ਸਮੇਂ ਪਤਾ ਹੀ ਨਹੀਂ ਕਹਿੰਦੇ ਕਿੰਨੇ ਕੁ ਸਿੱਖਾਂ ਨੂੰ ਜਿਹੜਾ ਨਿਖਾਸ ਚੌਂਕ ਦੇ ਵਿੱਚ ਜਿਹੜਾ ਸੀ ਨਾ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੂੰ ਉਸ ਨਿਖਾਸ ਚੌਂਕ ਜਿਹੜਾ ਲਾਹੌਰ ਦੇ ਵਿੱਚ, ਉੱਥੇ ਜਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਧ ਸੰਗਤ, ਇਹ ਜਿਹੜਾ ਸੀ ਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਣੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਧਰਮ ਨਹੀਂ ਹਾਰਿਆ। ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਭਾਵ ਕਿਸੇ ਤਰ੍ਹਾਂ ਦੀ ਕੋਈ ਵੀ ਉਹਨਾਂ ਦੇ ਉੱਤੇ ਆਣ ਕਰਕੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਕਿ ਭਾਈ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਊਗੀ, ਤੁਸੀਂ ਆਪਣਾ ਧਰਮ ਛੱਡ ਦਿਓ। ਤੇ ਇੱਥੋਂ ਤੱਕ ਇੱਕ ਸਾਖੀ ਆਉਂਦੀ ਹੈ ਕਿ ਜਦੋਂ ਫਰਖਸ਼ੀਅਰ ਬਾਦਸ਼ਾਹ ਨੇ ਕੈਦ ਕਰ ਲਏ ਨਾ ਸਿੱਖ, ਤੇ ਉਹਨਾਂ ਦੇ ਵਿੱਚੋਂ ਇੱਕ ਸਿੱਖ ਦੀ ਮਾਂ ਜਿਹੜੀ ਸੀ ਉਹ ਆਈ। ਉਹਨੇ ਆ ਕੇ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ, ਮੇਰਾ ਪੁੱਤਰ ਤੇਰੀ ਕੈਦ ਵਿੱਚ ਹੈ, ਉਹਦਾ ਨਵਾਂ ਵਿਆਹ ਹੋਇਆ ਹੈ, ਤੇ ਉਹਨੂੰ ਪਤਾ ਨਹੀਂ ਸੀ, ਤੁਸੀਂ ਭੁਲੇਖੇ ਨਾਲ ਫੜ ਕੇ ਲੈ ਆਏ। ਉਹ ਸਿੱਖ ਨਹੀਂ ਗਾ, ਮੇਰਾ ਪੁੱਤਰ ਸਿੱਖ ਨਹੀਂ ਆ, ਤੇ ਤੁਸੀਂ ਭੁਲੇਖੇ ਨਾਲ ਫੜ ਕੇ ਲੈ ਆਏ, ਤੇ ਤੁਸੀਂ ਇੰਜ ਕਰੋ, ਧਰਮ ਨਹੀਂ ਹਾਰਿਆ। ਗੱਲ ਕਰ ਰਹੇ ਧਰਮ, ਜਿਨ੍ਹਾਂ ਨੇ ਧਰਮ ਨਹੀਂ ਹਾਰਿਆ। ਤੇ ਉਹ ਕਹਿੰਦੀ ਕਿ ਜਿਹੜਾ ਮੇਰਾ ਪੁੱਤਰ ਇਹ ਤੁਸੀਂ ਭੁਲੇਖੇ ਨਾਲ ਫੜ ਕੇ ਲੈ ਆਏ ਹੋ, ਇਹਦਾ ਜਿਹੜਾ ਹੈ ਨਾ, ਤੁਸੀਂ ਭੁਲੇਖੇ ਨਾਲ ਇਹਨੂੰ ਫੜ ਕੇ ਲੈ ਆਂਦਾ ਹੈ, ਇਹ ਕੋਈ ਸਿੱਖ ਨਹੀਂ ਗਾ, ਤੇ ਇਹਦਾ ਤੇ ਨਵਾਂ ਵਿਆਹ ਹੋਇਆ, ਇਹਦੀ ਘਰ ਵਾਲੀ ਨੂੰ ਉਡੀਕਦੀ ਪਈ ਆ, ਤੇ ਇਹਨੂੰ ਛੱਡ ਦੇ। ਤੇ ਉਸ ਸਮੇਂ ਫਿਰ ਜਦੋਂ ਸਿੱਖ ਨੇ ਬਾਹਰ ਲਿਆਂਦਾ ਗਿਆ, ਤੇ ਜਦੋਂ ਬਾਹਰ ਲਿਆਂਦਾ ਗਿਆ ਤੇ ਸਿੱਖ ਨੂੰ ਪੁੱਛਿਆ ਗਿਆ ਕਿ ਭਾਈ ਇਹ ਤੇਰੀ ਮਾਂ ਹੈ? ਉਹ ਸਿੱਖ ਕਹਿੰਦਾ ਵੀ ਨਹੀਂ, ਇਹ ਮੇਰੀ ਮਾਂ ਨਹੀਂ ਹੈ। ਤੇ ਉਹਨੇ ਕਿਹਾ, ਪੁੱਤ ਤੂੰ ਛੱਡ, ਤੂੰ ਕੀ ਲੈਣਾ ਇਸ ਗੱਲ ਦੇ ਵਿੱਚੋਂ, ਇਹ ਤੈਨੂੰ ਮਾਰ ਦੇਣਗੇ। ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ, ਮੈਂ ਆਪਣਾ ਧਰਮ ਆਪਣੇ ਭਰਾਵਾਂ ਦੇ ਨਾਲ, ਆਪਣਾ ਧਰਮ ਨਹੀਂ ਹਾਰ ਸਕਦਾ, ਮੈਂ ਆਪਣੇ ਭਰਾਵਾਂ ਦੇ ਨਾਲ ਜਿਹੜਾ ਸ਼ਹੀਦ ਹੋਣਾ ਪ੍ਰਵਾਨ ਕਰ ਲਾਂਗਾ, ਪਰ ਮੈਂ ਇਹਨੂੰ ਮਾਂ ਮੰਨਣ ਤੋਂ ਇਨਕਾਰ ਕਰਦਾ। ਸੋ ਐਸਾ ਜੀਵਨ ਜਿਹੜਾ ਸੀ ਇਹਨਾਂ ਸਿੱਖਾਂ ਦਾ ਸੀ, ਜਿਨ੍ਹਾਂ ਧਰਮ ਨਹੀਂ ਹਾਰਿਆ, ਫਿਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਦਾ ਅਰਥ ਕੀ ਹੁੰਦਾ ਹੈ ਕਿ ਜਿੰਨਾ ਚਿਰ ਮੇਰੇ ਸਰੀਰ ਦੇ ਵਿੱਚ ਸਵਾਸ ਹਨ, ਉਹਨਾਂ ਚਿਰ ਮੇਰੇ ਜਿਹੜੇ ਕੇਸ ਹਨ ਉਹ ਸਹੀ ਸਲਾਮਤ ਰਹਿਣ। ਜਿੰਨਾ ਚਿਰ ਮੇਰੇ ਸਰੀਰ ਦੇ ਵਿੱਚ ਸਵਾਸ ਹਨ ਗੁਰੂ ਵੱਲੋਂ ਬਖਸ਼ੇ ਹੋਏ, ਉਹਨਾਂ ਚਿਰ ਮੇਰੀ ਸਿੱਖੀ ਜਿਹੜੀ ਉਹ ਕਾਇਮ ਰਹੇ। ਕੇਸ ਤੇ ਸਵਾਸ ਜਿਹੜੇ ਉਹ ਬਰਕਰਾਰ ਰਹਿਣ। ਸਿੱਖੀ ਕੇਸਾਂ ਸਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਉਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਜਿਹੜਾ ਬੋਲਣ ਦੀ ਤਾਕੀਦ ਕੀਤੀ ਹੈ ਪੰਥ ਨੇ, ਕਿ ਇਹਨਾਂ ਸ਼ਹੀਦਾਂ ਨੂੰ ਜਿਹੜਾ ਯਾਦ ਰੱਖਣਾ ਹੈ ਸਿੱਖ ਨੇ, ਕਿਉਂਕਿ ਯਾਦ ਰੱਖਣ ਦੇ ਨਾਲ ਹੀ ਸਾਨੂੰ ਪਤਾ ਲੱਗਦਾ ਕਿ ਸਾਡਾ ਕਿੰਨਾ ਮਹਾਨ ਵਿਰਸਾ, ਕਿੰਨਾ ਮਹਾਨ ਸਾਡਾ ਇਤਿਹਾਸ ਹੈ, ਕਿੰਨੇ ਸਾਡੇ ਪੰਥ ਦੇ ਵਿੱਚ ਮਹਾਨ ਹਾਟੀ ਜਪੀ ਤਪੀ ਗੁਰਮੁਖ ਪਿਆਰੇ ਹੋਏ ਆ, ਜਿਨ੍ਹਾਂ ਨੇ ਵੰਡ ਕੇ ਛਕਿਆ, ਦੇਗਾਂ ਚਲਾਈਆਂ ਹਨ, ਤੇਗਾਂ ਵਾਹੀਆਂ ਹਨ, ਜਿਨ੍ਹਾਂ ਨੇ ਸਿੱਖ ਧਰਮ ਦੇ ਲਈ ਕੁਰਬਾਨੀਆਂ ਕੀਤੀਆਂ ਹਨ, ਗੁਰਦੁਆਰਿਆਂ ਦੇ ਲਈ ਕੁਰਬਾਨੀਆਂ ਕੀਤੀਆਂ ਹਨ, ਆਪਣਾ ਧਰਮ ਨਹੀਂ ਜਿਨ੍ਹਾਂ ਨੇ ਹਾਰਿਆ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਉਹਨਾਂ ਦੇ ਬਾਰੇ ਸਾਨੂੰ ਵੀ ਪਤਾ ਹੋਵੇ, ਤੇ ਉਹਨਾਂ ਦੇ ਬਾਰੇ ਜਿਹੜਾ ਹੈ ਸਾਡੇ ਪਰਿਵਾਰ ਨੂੰ, ਸਾਡੇ ਬੱਚਿਆਂ ਨੂੰ ਵੀ ਪਤਾ ਹੋਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਸਕੀਏ ਕਿ ਭਾਈ ਜੇ ਪੰਥ ਦੇ ਵਾਸਤੇ ਇਹ ਪਿਆਰੇ ਆਪਣਾ ਜੀਵਨ ਜਿਹੜਾ ਉਹ ਦਾਨ ਕਰ ਸਕਦੇ ਆ, ਤੇ ਅਸੀਂ ਵੀ ਆਪਣੇ ਧਰਮ ਦੇ ਬਾਰੇ ਸੁਚੇਤ ਹੋਈਏ। ਤੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ, ਜਦੋਂ ਭਾਈ ਤਾਰੂ ਸਿੰਘ ਜੀ ਸ਼ਹਾਦਤ ਦਾ ਪ੍ਰਸੰਗ ਜਿਹੜਾ ਉਹ ਮੈਂ ਦੱਸਿਆ ਸੀ, ਤੇ ਸਮਾਂ ਥੋੜਾ ਰਹਿ ਗਿਆ, ਮੈਂ ਗੱਲ ਕਹਿ ਕੇ ਸਮਾਪਤੀ ਕਰਾਂ
ਕਿ ਸਾਡਾ ਇੱਕ ਫਰਜ਼ ਬਣਦਾ ਹੈ, ਜਿਵੇਂ ਭਾਈ ਤਾਰੂ ਸਿੰਘ ਜੀ ਦਾ ਇੱਕ ਫਰਜ਼ ਸੀ ਨਾ ਕਿ ਭਾਈ ਤੁਸੀਂ ਜੰਗਲਾਂ ਦੇ ਵਿੱਚ ਰਹਿੰਦੇ ਹੋ, ਤੁਹਾਡੇ ਵਾਸਤੇ ਮੈਂ ਪ੍ਰਸ਼ਾਦਾ ਲੈ ਕੇ ਆਉਣਾ, ਇਹ ਮੇਰਾ ਫਰਜ਼ ਹੈ। ਕਿ ਭਾਈ ਤਾਰੂ ਸਿੰਘ ਨੇ ਸਮਝਿਆ, ਉਹ ਵੀ ਆਪਣੇ ਘਰ ਬੈਠੇ ਸੀ, ਕਹਿ ਸਕਦੇ ਸੀ ਮੈਨੂੰ ਕੀ ਆ, ਜੰਗਲਾਂ 'ਚ ਸਿੱਖ ਧੱਕੇ ਖਾਂਦੇ ਖਾਈ ਜਾਣ, ਪਰ ਫਰਜ਼ ਸਮਝਿਆ ਕਿ ਮੇਰਾ ਪੰਥ ਦੇ ਪ੍ਰਤੀ, ਮੇਰਾ ਧਰਮ ਦੇ ਪ੍ਰਤੀ ਕੀ ਫਰਜ਼ ਹੈ। ਤੇ ਸਾਨੂੰ ਵੀ ਇਹ ਜਿਹੜਾ ਫਰਜ਼, ਸਾਨੂੰ ਵੀ ਇਹ ਜਿਹੜਾ ਧਰਮ ਨਿਭਾਉਣਾ ਚਾਹੀਦਾ, ਸਾਨੂੰ ਵੀ ਸੋਚਣਾ ਚਾਹੀਦਾ ਆਪਣੇ ਬਾਰੇ, ਆਪਣੇ ਪਰਿਵਾਰਾਂ ਬਾਰੇ, ਆਪਣੇ ਧਰਮ ਬਾਰੇ ਸਾਡੇ ਫਰਜ਼ ਕੀ ਬਣਦੇ ਆ। ਉਹਨਾਂ ਫਰਜ਼ਾਂ ਦੀ ਇੱਕ ਲਿਸਟ ਬਣਾ ਕੇ ਤੇ ਉਹਨਾਂ ਫਰਜ਼ਾਂ ਨੂੰ ਪੂਰਾ ਕਰਨਾ ਸਾਡਾ ਜਿਹੜਾ ਇੱਕ ਕਰਤੱਵ ਹੈ, ਤੇ ਇਹ ਸਾਨੂੰ ਜਿਹੜਾ ਸਮਝਣਾ ਚਾਹੀਦਾ ਹੈ। ਸੋ ਇੱਥੇ ਆਪਾਂ ਸਮਾਪਤੀ ਕਰਦੇ ਹਾਂ, ਤੇ ਹੁਣ ਬੇਨਤੀ ਹੈ ਕਿ ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਪੁੱਛ ਸਕਦਾ ਹੈ, ਆਪਣਾ ਮਾਈਕ ਜਿਹੜਾ ਹੈ ਉਹ ਔਨ ਕਰਕੇ। ਆਵਾਜ਼ ਵਧਾ ਦਿਓ। ਵਾਹਿਗੁਰੂ ਜੀ, ਤੁਹਾਡਾ ਮਾਈਕ ਆਪਣਾ ਔਨ ਕਰਕੇ ਤੁਸੀਂ ਸਵਾਲ ਪੁੱਛ ਸਕਦੇ ਹੋ ਜੀ। ਵਾਹਿਗੁਰੂ। ਸੋ ਸ਼ਾਮ ਦੀ ਹੁਣ 6 ਵਜੇ, ਆਵਾਜ਼ ਘਟਾ ਦਿਓ, ਸ਼ਾਮ ਦੀ 6 ਵਜੇ ਕਲਾਸ ਹੈ, ਜਿਹਦੇ ਵਿੱਚ ਗੁਰਬਾਣੀ ਦੀ ਆਪਾਂ ਕੱਲ ਦੀ ਆਰੰਭਤਾ ਕੀਤੀ ਹੈ, ਤੇ ਉਹੀ ਆਪਾਂ ਕਲਾਸ ਸ਼ਾਮੀ 6 ਵਜੇ ਆਪ ਜੀ ਨੇ ਫਿਰ ਇਸੇ ਤਰ੍ਹਾਂ ਜੁੜਨ ਦੀ ਕਿਰਪਾਲਤਾ ਕਰਨੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜੇ ਕਿਸੇ ਦਾ ਸਵਾਲ ਹੋਵੇ ਤੁਸੀਂ ਪਰਸਨਲ ਮੈਸੇਜ ਵੀ ਭੇਜ ਸਕਦੇ, ਤੁਹਾਡੇ ਕੋਲ ਨੰਬਰ ਪਹੁੰਚ ਚੁੱਕੇ ਹਨ, ਤੇ ਉਹ ਜੇ ਸਵਾਲ ਆਪਾਂ ਕੱਲ ਨੂੰ ਸਮਾਂ ਹੋਇਆ ਕੱਲ ਨੂੰ ਵਿਚਾਰ ਲਵਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਜੀ ਕਾ ਖਾਲਸਾ, ਆਵਾਜ਼ ਬਹੁਤ ਵਧੀਆ ਆਈ ਹੈ। ਕੀ ਫਤਿਹ। ਵੀਡੀਓ ਵੀ ਚੰਗੀ ਆਈ, ਆਵਾਜ਼ ਵੀ ਚੰਗੀ ਆਈ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਕੱਲ ਬਹੁਤ ਸਮਾਂ ਲਾਇਆ ਸੀ, 2 ਘੰਟੇ ਕਰੀਬ ਲੱਗੇ ਇਸ ਨਾ ਕੰਮ ਤੇ। ਬਿਲਕੁਲ ਬਿਲकुल ਬਹੁਤ ਅੱਜ ਬਹੁਤ ਨਜ਼ਾਰਾ ਵੀ ਆਇਆ, ਆਵਾਜ਼ ਐ ਬਿਲਕੁਲ ਕਲੀਅਰ ਸੀ, ਔਰ ਵੀਡੀਓ ਵੀ ਬਿਲਕੁਲ ਕਲੀਅਰ ਸੀਗੀ। ਬਹੁਤ ਉਪਰਾਲਾ ਤੁਹਾਡਾ ਪੂਰਾ ਅੱਜ ਕਾਮਯਾਬ ਹੋ ਗਿਆ। ਬਿਲਕੁਲ। ਅੱਜ ਸੰਗਤ ਵੀ ਕਾਫੀ ਵਧੇਰੇ ਜੁੜੀ ਹੈ ਅੱਜ ਨਾ, ਇਸੇ ਆਵਾਜ਼ ਦਾ ਕਰਕੇ ਤੇ ਵੀਡੀਓ ਦਾ ਕਰਕੇ। ਕੱਲ 4-5 ਹੀ, ਅੱਜ 20 ਤੱਕ ਪਹੁੰਚੇ ਆ। ਹਾਂ, ਗਿਆਨੀ ਜੀ ਨੇ ਬੜਾ ਅੱਜ ਸਾਥ ਦਿੱਤਾ। ਸਾਨੂੰ ਪਤਾ ਨਹੀਂ ਸੀ, ਗਿਆਨੀ ਗੁਰਦੀਪ ਸਿੰਘ ਜੀ, ਉਹਨਾਂ ਨੂੰ ਅਸੀਂ ਐਡ ਨਹੀਂ ਸੀ ਕੀਤਾ ਗਰੁੱਪ 'ਚ, ਤੇ ਉਹਨਾਂ ਨੂੰ ਹੁਣ ਅਸੀਂ ਐਡ ਕੀਤਾ, ਤੇ ਉਹਨਾਂ ਨੇ ਕਾਫੀ ਸੰਗਤ ਜਿਹੜੀ ਜੁੜੀ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸੋਹਣਾ ਆਪ ਸਭ ਦਾ ਧੰਨਵਾਦ। ਇਸੇ ਤਰ੍ਹਾਂ ਆਪ ਜੀ ਜੁੜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੀ ਸਾਖੀ ਸੁਣਾ ਦਿਆ ਕਰੋ ਵਿੱਚ। ਹਾਂਜੀ ਜ਼ਰੂਰ ਜੀ, ਜ਼ਰੂਰ। ਸਾਖੀ ਵੀ ਨਾਲ ਸੁਣਾ ਦਿਆ ਕਰੋ। ਠੀਕ ਹੈ ਜੀ, ਠੀਕ ਹੈ। ਸ਼ਾਮ ਦੀ ਕਲਾਸ ਵਿੱਚ ਸਾਖੀ ਵੀ ਕਰਾਂਗੇ ਆਪਾਂ। ਆਪਣੇ ਇਲਾਕੇ ਦੀ ਸੰਗਤ ਵੀ ਜੋੜਿਆ ਕਰੋ ਜੀ, ਵੱਧ ਤੋਂ ਵੱਧ ਸਾਖੀ ਜ਼ਰੂਰ ਸੁਣਾਇਆ ਕਰਾਂਗੇ। ਹਾਂ ਬਿਲਕੁਲ ਬਿਲਕੁਲ। ਹਾਂ ਠੀਕ ਹੈ ਜੀ।